ਬਾਰਾਂਮਾਹ ਮਾਂਝੇ ਮਹੱਲਾ ਪੰਜਵਾਂ। ਘਰ ਚੌਥਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦੈ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ। ਧੇਨ ਦੁਦੇ ਤੇ ਬਾਹਰੀ ਕਿਤੇ ਨ ਆਵੇ ਕਾਮ। ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ। ਹਰ ਨਾਇ ਨ ਮਿਲਿਏ ਸਾਜੁਨੈ ਕਤ ਪਾਈਏ ਬਿਸਰਾਮ। ਜਿਤ ਘਰ ਹਰ ਕੰਤ ਨਾ ਪ੍ਰਗਟਈ ਭੱਠ ਨਗਰ ਸੇ ਗ੍ਰਾਮ। ਸਰਵ ਸਿੰਗਾਰ ਤੰਬੋਲ ਰਸੇ ਸਣ ਦੇਹੀ ਸਭ ਖਾਮ। ਪ੍ਰਭ ਸੁਆਮੀ ਕੰਤ ਵਿਹੂਣਿਆ ਮੀਤ ਸਜਣ ਸਭ ਜਾਮ। ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੇ ਨਾਮ। ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸਕਾ ਨੇਚਲ ਧਾਮ। ਚੇਤ ਗੋਵਿੰਦ ਆਰਾਧੀਏ ਹੋਵੇ ਆਨੰਦ ਘਣਾ। ਸੰਤ ਜਨਾ ਮਿਲ ਪਾਈਏ ਰਸਨਾ ਨਾਮ ਭਣਾ। ਜਿਨ ਪਾਇਆ ਪ੍ਰਭ ਆਪੁਣਾ ਆਏ ਤਿਸੇ ਗਣਾ। ਇਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ। ਜਲ ਥਲ ਮਈਲ ਪੂਰੀਆ ਰਵਿਆ ਵਿੱਚ ਵਣਾ। ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁਖ ਗਣਾ। ਜਿਨੀ ਰਾਵਿਆ ਸੋ ਪ੍ਰਭੇ ਤਿਨਾ ਭਾਗ ਮਣਾ। ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ ਤਿਸਕੇ ਪਾਏ ਲਗਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ 12 ਮਾਹ ਨਾਮਕ 2 ਬਾਣੀਆਂ ਹਨ। ਇੱਕ ਮਾਝ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ, ਇੱਕ ਤੁਖਾਰੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ। ਆਦਿ ਕਾਲ ਤੋਂ ਇੱਕ ਐਸੀ ਪਰੰਪਰਾ ਚਲੀ ਹੈ ਮਨੁੱਖੀ ਮਨ ਦੀ ਕਿ ਮਨੁੱਖੀ ਮਨ ਪ੍ਰਕਿਰਤੀ ਦੇ ਜ਼ਰਰੇ ਜ਼ਰਰੇ ਤੋਂ ਪ੍ਰਭਾਵਿਤ ਹੁੰਦਾ ਹੈ ਔਰ ਉਸ ਦਾ ਜੈਸੇ ਪ੍ਰਭਾਵ ਪੈਂਦਾ ਹੈ ਇਹ ਆਪਣੇ ਪ੍ਰਭਾਵ ਨੂੰ ਬੋਲਾਂ ਦੇ ਰਾਹੀਂ ਹਾਵ ਭਾਵ ਦੇ ਰਾਹੀਂ ਪ੍ਰਗਟ ਕਰਦਾ ਰਿਹਾ ਹੈ। ਆਦਿ ਕਾਲ ਤੋਂ ਕੁਝ ਫਕੀਰ ਸੰਤ ਜਨਾਂ ਨੇ 12 ਮਹੀਨਿਆਂ ਦਾ ਵੀ ਕੁਝ ਆਪਣਾ ਪ੍ਰਭਾਵ ਔਰ ਗਿਆਨ ਵਿਗਿਆਨ ਸੂਝ ਸਮਝ ਜਗਤ ਦੇ ਸਾਹਮਣੇ ਰੱਖੀ ਹੈ। ਇਤਨੀ ਗੱਲ ਤੇ ਸਪਸ਼ਟ ਹੈ ਕਿ ਸੂਰਜ ਤੇ ਪ੍ਰਿਥਵੀ ਦੀ ਗਰਦਿਸ਼ ਦੇ ਨਾਲ ਰੁੱਤਾਂ ਬਦਲਦੀਆਂ ਨੇ, ਥਿੱਤਾਂ ਬਦਲਦੀਆਂ ਨੇ। ਜੈਸੇ ਕਿ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ, ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ। ਭਾਵੇਂ ਸੂਰਜ ਇੱਕ ਹੈ ਪਰ ਰੁੱਤਾਂ ਇੱਕ ਨਹੀਂ ਨੇ। ਕਿਉਂ? 12 ਰਾਸਾਂ ਨੇ। ਸੂਰਜ ਜਦ ਇੱਕ ਰਾਸ ਨੂੰ ਛੱਡ ਕੇ ਦੂਸਰੀ ਰਾਸ ਦੇ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਵਾਤਾਵਰਣ ਦੇ ਵਿੱਚ ਕੁਝ ਪਲਟਾ ਆਉਂਦਾ ਹੈ, ਕੁਝ ਤਬਦੀਲੀ ਆਉਂਦੀ ਹੈ, ਕੁਝ ਕ੍ਰਾਂਤੀ ਆਉਂਦੀ ਹੈ। ਇਸੇ ਵਾਸਤੇ ਉਸ ਦਿਨ ਦਾ ਨਾਮ ਹੈ ਸਾਂਕਰਾਂਤ, ਜਿਹਦਾ ਪੰਜਾਬੀ ਉਚਾਰਨ ਹੈ ਸੰਗਰਾਂਦ। ਸਾਂਕਰਾਂਤ
ਜਿਹਦੇ ਰਾਹੀਂ ਕ੍ਰਾਂਤੀ ਘਟਿਤ ਹੁੰਦੀ ਹੈ। ਇੱਕ ਰਾਸ ਨੂੰ ਛੱਡ ਕੇ ਸੂਰਜ ਨੇ ਅੱਜ ਦੂਸਰੀ ਰਾਸ ਦੇ ਪ੍ਰਵੇਸ਼ ਕੀਤਾ ਹੈ। ਆਦਿ ਕਾਲ ਤੋਂ ਇੱਕ ਐਸੀ ਵਿਚਾਰਧਾਰਾ ਰਹੀ ਕਿ ਗ੍ਰਹਿ ਨਛੱਤਰਾਂ ਦਾ, ਸੂਰਜ ਚੰਦ ਤਾਰਿਆਂ ਦਾ ਮਨੁੱਖ ਦੇ ਉੱਪਰ ਸ਼ੁਭ ਤੇ ਅਸ਼ੁਭ ਪ੍ਰਭਾਵ ਪੈਂਦਾ ਹੈ। ਦੁੱਖ ਤੇ ਸੁੱਖ ਇਹਨਾਂ ਦੀ ਗਰਦਿਸ਼ ਕਰਕੇ ਹੀ ਹੈ, ਗ੍ਰਹਿਾਂ ਦੀ ਗਰਦਿਸ਼ ਕਰਕੇ ਹੀ ਹੈ। ਔਰ ਆਮ ਜਗਤ ਦੇ ਚ ਕਹਾਵਤ ਪ੍ਰਚਲਿਤ ਹੈ ਕਿ ਇਸ ਦੇ ਸਿਤਾਰੇ ਤੇ ਗਰਦਿਸ਼ ਦੇ ਚ ਨੇ, ਇਸ ਦੇ ਗ੍ਰਹਿ ਤੇ ਗਰਦਿਸ਼ ਦੇ ਚ ਨੇ। ਔਰ ਇਸਲਾਮੀ ਜਗਤ ਦੇ ਚ ਵੀ ਅਸੀਂ ਦੇਖਦੇ ਹਾਂ ਕਿ ਜਦ ਕੋਈ ਬਹੁਤ ਦੁੱਖ ਸੰਤਾਪ ਤੇ ਪੀੜਾ ਦੇ ਚ ਹੋਵੇ ਤਾਂ ਕਹਿ ਦਿੱਤਾ ਜਾਂਦਾ ਸਿਤਾਰੇ ਇਸ ਦੇ ਗਰਦਿਸ਼ ਦੇ ਚ ਨੇ। ਗ੍ਰਹਿ ਇਹਨਾਂ ਦੀ ਚਾਲ ਇਸ ਦੇ ਵਾਸਤੇ ਠੀਕ ਨਹੀਂ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 12 ਮਾਹ ਦੇ ਆਰੰਭ ਦੇ ਚ ਜੋ ਵਾਕ ਉਚਾਰਨ ਕੀਤਾ ਹੈ, ਉਸ ਦੇ ਚ ਮੂਲ ਗੱਲ ਤੇ ਇਹ ਰੱਖ ਦਿੱਤੀ ਹੈ ਕਿ ਦੁੱਖ ਸੁੱਖ ਤੇ ਮਨੁੱਖ ਦੇ ਕਰਮਾਂ ਦੀ ਖੇਡ ਹੈ। ਬਾਕੀ ਮਨ ਦੇ ਉੱਤੇ ਸੂਰਜ ਦੀ ਗਤੀ ਦਾ ਲਾਜ਼ਮੀ ਪ੍ਰਭਾਵ ਪੈਂਦਾ ਹੈ। ਪ੍ਰਕਿਰਤੀ ਜੋ ਰੂਪ ਬਦਲਦੀ ਹੈ ਉਸ ਦਾ ਮਨ ਦੇ ਉੱਤੇ ਲਾਜ਼ਮੀ ਪ੍ਰਭਾਵ ਪੈਂਦਾ ਹੈ। ਜੈਸੇ ਕਿ ਜਿਸ ਦਿਨ ਚੰਦਰਮਾ ਸੰਪੂਰਨ ਹੁੰਦਾ, ਜਿਸ ਨੂੰ ਪੂਰਨਮਾਸ਼ ਕਹਿੰਦੇ ਨੇ, ਮਹੀਨਾ ਪੂਰਾ ਹੋ ਗਿਆ, ਪਹਿਲੇ ਗਿਣਤੀ ਚੰਦਰਮਾ ਦੇ ਨਾਲ ਸੰਬੰਧਿਤ ਸੀ, ਤਾਂ ਉਸ ਦਿਨ ਸਮੁੰਦਰ ਦੇ ਵਿੱਚ ਉਛਾਲ ਆ ਜਾਂਦਾ ਹੈ ਚੰਦਰਮਾ ਦੀ ਕਸ਼ਿਸ਼ ਕਰਕੇ। ਤਾਂ ਜੇ ਸਮੁੰਦਰ ਉਛਲ ਪੈਂਦਾ ਹੈ ਤਾਂ ਇੱਕ ਖਿਆਲ ਪ੍ਰਚਲਿਤ ਹੋਇਆ, ਮਨੁੱਖ ਦਾ ਮਨ ਵੀ ਉਛਲ ਸਕਦਾ ਹੈ, ਮਨੁੱਖ ਦੀ ਚੇਤਨਾ ਵੀ ਉਛਲ ਸਕਦੀ ਹੈ, ਕਿਉਂਕਿ ਇਸ ਪ੍ਰਿਥਵੀ ਦੇ ਉੱਤੇ ਸੂਰਜ ਚੰਦ ਤਾਰੇ ਗ੍ਰਹਿ ਨਛੱਤਰਾਂ ਦਾ ਆਪਣਾ ਇੱਕ ਕਾਫੀ ਪ੍ਰਬਲ ਪ੍ਰਭਾਵ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਸ ਪਾਵਨ ਵਾਕ ਦੇ ਵਿੱਚ ਫਰਮਾਨਾ ਕਿ ਦੁੱਖ ਸੁੱਖ ਦੀ ਖੇਡ ਤੇ ਕਰਮਾਂ ਦੀ ਹੈ, ਬਾਕੀ ਰੁਚੀਆਂ ਦੇ ਵਿੱਚ ਤਬਦੀਲੀ ਮੌਸਮ ਕਰਕੇ ਆ ਸਕਦੀ ਹੈ। ਇਸ ਵਾਸਤੇ 12 ਮਾਹ ਦੇ ਆਰੰਭ ਕਾਲ ਦੇ ਵਿੱਚ ਜਿਹੜਾ ਵਾਕ ਹੈ ਉਸ ਦੇ ਵਿੱਚ ਖੇਡ ਕਰਮਾਂ ਦੀ ਹੈ। ਔਰ ਸਾਹਿਬ ਇਸ ਢੰਗ ਨਾਲ ਫਰਮਾਨ ਕਰਦੇ ਨੇ, 12 ਮਾਹ ਮਾਝ ਮਹੱਲਾ ਪੰਜਵਾਂ ਘਰ ਚੌਥਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। हे ਪ੍ਰਭੂ, ਅਸੀਂ ਵਿਛੜਿਆਂ ਤੈਥੋਂ, ਆਨੰਦ ਤੋਂ ਵਿਛੜਿਆਂ, ਸੁੱਖ ਤੋਂ ਵਿਛੜਿਆਂ, ਖੇੜੇ ਤੇ ਖੁਸ਼ੀਆਂ ਤੋਂ ਵਿਛੜਿਆਂ, ਪਰ ਇਹ ਵਿਛੋੜਾ ਸਾਡੇ ਕਰਮਾਂ ਕਰਕੇ, ਸੂਰਜ ਚੰਦ ਤਾਰਿਆਂ ਕਰਕੇ ਨਹੀਂ, ਗ੍ਰਹਿ ਨਛੱਤਰਾਂ ਦੀ ਗਰਦਿਸ਼ ਕਰਕੇ ਨਹੀਂ, ਸਿਤਾਰੇ ਸਿਆਰਿਆਂ ਦੀ ਚਾਲ ਕਰਕੇ ਨਹੀਂ, ਕਰਮਾਂ ਕਰਕੇ। हे ਪ੍ਰਭੂ, ਅਸੀਂ ਸੁੱਖ ਤੋਂ ਵਿਛੜ ਗਏ, ਆਨੰਦ ਤੋਂ ਵਿਛੜ ਗਏ, ਤੇਰੇ ਰਸ ਤੋਂ ਵਿਛੜ ਗਏ, ਤੇਰੇ ਨਾਮ ਤੋਂ ਵਿਛੜ ਗਏ, ਤੈਥੋਂ ਵਿਛੜ ਗਏ। ਵਿਛੜੇ ਹਾਂ ਆਪਣੇ ਕਰਮਾਂ ਕਰਕੇ, ਪਰ हे ਪ੍ਰਭੂ ਹੁਣ ਤੂੰ ਬਖਸ਼ਿਸ਼ ਕਰ ਤਾਂ ਕਿ ਮੇਲ ਹੋਵੇ, ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦੈ ਦਿਸ ਭਰਮੇ, ਥਕ ਆਏ ਪ੍ਰਭ ਕੀ ਸਾਨ। ਪ੍ਰਿਥਵੀ ਦੇ ਚਾਰੇ ਕੋਣੇ ਅਨੰਤ ਜਨਮ ਅਸੀਂ ਭਟਕੇ ਹਾਂ, ਵੱਖ-ਵੱਖ ਜਨਮਾਂ ਵਿੱਚ, ਪਰ ਹੁਣ ਥੱਕ ਕੇ हे ਪ੍ਰਭੂ ਤੇਰੀ ਸ਼ਰਨ ਵਿੱਚ ਆਏ ਹਾਂ। ਇਸ ਗੱਲ ਦੀ ਸੋਝ ਪੈ ਗਈ ਹੈ, ਇਸ ਗੱਲ ਦੀ ਸਮਝ ਪੈ ਗਈ ਹੈ, ਧੇਨ ਦੁਦੇ ਤੇ ਬਾਹਰੀ ਕਿਤੇ ਨਾ ਆਵੇ ਕਾਮ। ਜਿਹੜੀ ਗਊ ਦੁੱਧ ਹੀ ਨਹੀਂ ਦੇ ਰਹੀ, ਉਹ ਕਿਹੜੇ ਕੰਮ ਦੀ? ਉਹ ਤੇ ਬੋਝ ਹੈ, ਉਹ ਤੇ ਭਾਰ ਹੈ। ਜਲ ਬਿਨ ਸਾਖ ਕੋ ਮਿਲਾਵਤੀ, ਉਪਜੇ ਨਾਹੀ ਦਾਮ। ਜਿਸ ਖੇਤੀ ਨੂੰ ਪਾਣੀ ਨਹੀਂ ਦਿੱਤਾ ਜਾ ਰਿਹਾ, ਕੁਮਲਾ ਜਾਏਗੀ, ਉਸ ਦਾ ਹਰਾ ਭਰਾ ਰਹਿਣਾ ਕਠਨ ਹੋ ਜਾਏਗਾ, ਔਰ ਜਦ ਉਹ ਸੁੱਕ ਗਈ ਤਾਂ ਦਾਮ ਤੇ ਨਹੀਂ ਮਿਲਣਗੇ, ਧਨ ਦੀ ਉਤਪਤੀ ਨਹੀਂ ਹੋਵੇਗੀ। ਹਰ ਨਾਹਿਨ ਮਿਲੀਏ ਸਾਜਨੇ, ਕਤ ਪਾਈਏ ਬਿਸਰਾਮ। ਜਿਤਨੇ ਚਿਰ ਤੱਕ ਪ੍ਰਭੂ ਪਿਆਰਾ ਨਾ ਮਿਲੇ, ਜੀਵ ਨੂੰ ਵਿਸ਼ਰਾਮ ਕਿੱਥੇ, ਸੁਖ ਕਿਤੇ। ਜਿਤ ਘਰ ਹਰ ਕੰਤ ਨ ਪ੍ਰਗਟਈ, ਭੱਠ ਨਗਰ ਸੇ ਗ੍ਰਾਮ। ਜਿਸ ਹਿਰਦੇ ਰੂਪੀ ਘਰ ਦੇ ਵਿੱਚ ਪਰਿਪੂਰਨ ਪ੍ਰਮਾਤਮਾ ਪ੍ਰਗਟ ਨਹੀਂ ਹੋਏ, ਉਸਦੇ ਅੰਮ੍ਰਿਤਮਈ ਨਾਮ ਦੀ ਵਰਸ਼ਾ ਨਹੀਂ ਹੋਈ,
उसकी दृष्टि ते मानो शहर पिंड कस्बे इंज ने जैसे भट्ठियां होवन, तपे हुए भट्ठ होवन, चाहे वो शहर ने चाहे वो कस्बे ने। सर्व सिंगाल तंबोल रस सणदे ही सब खाम। एक परिपूर्ण परमात्मा तो बिना जीवन दा सारा हार श्रृंगार, सारे सुख, सारे रस खाम ने, कच्चे ने, मिथ्या ने, व्यर्थ ने। प्रभ स्वामी कंत विहूणियां मीत सजन सब जाम। दरअसल जद भी कोई प्रभु तो टुटदा है तो गुरु अर्जन देव जी महाराज कहते ने जितने मित्र ने जितने दोस्त ने आखिर वक्ती एक रस होंदा है, बाद विच जमा दी तरह प्रतीत होंदे ने। नानक की बेनंतिया कर किरपा दीजे नाम। धन गुरु अर्जन देव जी महाराज दा फरमान, हे प्रभु मेहर कर, तरस कर, अपना नाम दे, हर मेलो स्वामी संग प्रभ जिसका नेचल धाम। ऐसा स्वामी मिलाओ, ऐसा प्रभु मिले जो नेचल है, टिकिया होया है, सदैवी है। 12 माह दी ए भूमिका दिबाचा दे रूप विच गुरु अर्जन देव जी महाराज ने पावन पवित्र वाक उचारण कीता है। अगे सतगुरु चेत्र दे महीने दी विचार आरंभ करते ने। साडे देश दे जो बिकमरी सम्मत है उसकी शुरुआत गिणती चेत्र तो करते हैं। चेत्र पहला महीना है, जैसे ईसवी सम्मत दा जनवरी पहला महीना है, इस तरह बिकमरी सम्मत दा पहला माह चेत्र है। चेत्र दी विचार सतगुरु इंज दसदे ने, चेत गोविंद आराधिए होवे आनंद गणा। जे किधरे चेत्र दे महीने दे प्रभु दी आराधना आरंभ कर दईए, साल नवा शुरू होया है। चेत्र तो ए बंदगी, ए बंदे बंदगी शुरू कर। तू भी अपने जीवन दे प्रभु दी इबादत शुरू कर। अगर ऐसा करेगा तो होवे आनंद घना, बहुत वड्डा आनंद जीवन विच प्रगट हो जाएगा। पर किवें बंदगी करिए, किस तरह करिए? तो साहिब कहते संत जना मिल पाइए रसना नाम बना। संतां दी संगत कर, साधु दी संगत कर, गुरु दी रोज संगत कर और जबान नाल उसदे नाम दा उचारण कर। संगत इस वास्ते कर तेरी रसना बोलन लग पवे। अगर एक मासूम बच्चा मां बाप को बोल सुने ही ना तो ओदी जबान नू बोलना नहीं आवेगा, गूंगा रह जाएगा। संगत दे असी परमात्मा दे बोल सुनिए ही ना तो फिर जबान उसदे गुणा दा उचारण भी नहीं करती, उसदे नाम दा उचारण भी नहीं करती। मां बाप दा वो लगातार बोले होया सफल समझ लो अगर बच्चा बोलन लग पिया। संगत विच प्रभु दी ओ गल सुनी हुई सफल हो गई, सतसंग कीता होया सफल हो गया। अगर रसना उसदा नाम जपन लग पई तो साहिब कहंदे ने, जिन पाया प्रभ आपना आए तिसे गणा। जप जप के जिन्हां ने परमात्मा दी प्राप्ति कर लई, संसार ते आया उन्हां दा सफल हो गया, लेखे लग गया। एक खिन तिस बिन जीवना बिरथा जन्म जना। एक पल भी उसदी याद तो बिना, उसदे नाम तो बिना जीवना जीवन नू व्यर्थ गवाना है, श्वासां नू व्यर्थ करना है। जल थल मईयल पूरिया रविया विच वणा। ਉਹ ਜਿਹੜਾ परिपूर्ण परमात्मा है, जल दे च है, थल दे च है, जमीन ते आकाश दे च है, पूर्ण तौर ते व्यापक रमिया होया है, बनस्पति दे च है, कण कण दे च है। सो प्रभ चित ना आवई कितड़ा दुख गणा। ऐसा परमात्मा अगर चेते ना आवे तो जितना दुख पैदा होता है
ਸਾਹਿਬ ਕਹਿੰਦੇ ਨੇ ਅਸੀਮ ਹੈ, ਉਹਦੀ ਗਿਣਤੀ ਨਹੀਂ ਹੋ ਸਕਦੀ, ਉਹਨੂੰ ਤੋਲਣਾ ਔਖਾ ਹੈ। ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ। ਜਿਨ੍ਹਾਂ ਨੇ ਚੇਤਰ ਦੇ ਮਹੀਨੇ ਵਿੱਚ ਪਰਮਾਤਮਾ ਦੇ ਗੁਣਾਂ ਦਾ ਰਮਨ ਕੀਤਾ, ਉਹਦੇ ਨਾਮ ਦੀ ਆਰਾਧਨਾ ਕੀਤੀ, ਉਹਨਾਂ ਦਾ ਭਾਗ ਤੇ ਮਣਾਮੋ ਬਹੁਤ ਵੱਡਾ ਹੋ ਗਿਆ, ਮਹਾਨ ਹੋ ਗਿਆ। ਉਹ ਬਹੁਤ ਵੱਡੇ ਭਾਗਾਂ ਵਾਲੇ ਨੇ। ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਹਰੀ ਦੇ ਦਰਸ਼ਨਾਂ ਨੂੰ ਚੇਤਰ ਦੇ ਮਹੀਨੇ ਵਿੱਚ ਮਨ ਲੋਚਦਾ ਹੈ, ਤਾਂਗ ਹੈ। ਪ੍ਰਭੂ ਮਿਲੇ, ਈਸ਼ਵਰ ਮਿਲੇ, ਚੇਤ ਮਿਲਾਏ ਸੋ ਪ੍ਰਭੂ ਤਿਸਕੇ ਪਾਏ ਲਗਾ। ਚੇਤਰ ਦੇ ਮਹੀਨੇ ਵਿੱਚ ਅਗਰ ਕੋਈ ਪ੍ਰਭੂ ਦਾ ਮਿਲਾਪ ਕਰਾ ਦੇਵੇ, ਉਸਦੇ ਬਚਨ ਸੁਣਾ ਦੇਵੇ, ਤਾਂ ਸਾਹਿਬ ਕਹਿੰਦੇ ਨੇ ਮੈਂ ਉਸਦੇ ਪੈਰੀ ਪੈਂਦਾ, ਮੈਂ ਉਸਦੇ ਚਰਨੀ ਲੱਗਦਾ। ਚੇਤਰ ਦੇ ਮਹੀਨੇ ਦਾ ਜੋ ਇੱਕ ਅਭਿਆਸੀ ਤੇ, ਇੱਕ ਜਗਿਆਸੂ ਤੇ, ਇੱਕ ਸਾਧਕ ਦੇ ਉੱਤੇ ਜੋ ਪ੍ਰਭਾਵ ਪੈਂਦਾ ਹੈ, ਸਾਹਿਬ ਉਸ ਦਾ ਜ਼ਿਕਰ ਪਏ ਕਰਦੇ ਨੇ ਔਰ ਨਾਲ ਉਪਦੇਸ਼ ਦਿੰਦੇ ਪਏ ਨੇ। ਅਗਰ ਇਸ ਮਹੀਨੇ ਵਿੱਚ ਕੋਈ ਪ੍ਰਭੂ ਦੀ ਆਰਾਧਨਾ ਕਰੇ, ਉਸ ਦਾ ਨਾਮ ਜਪੇ, ਤਾਂ ਸਾਰਾ ਮਹੀਨਾ ਆਨੰਦਮਈ ਉਸ ਦਾ ਜੋ ਹੈ ਬਤੀਤ ਹੁੰਦਾ ਹੈ। ਇਸ ਤਰ੍ਹਾਂ ਦਾ 12ਵਾਂ ਚੇਤਰ ਦੇ ਮਹੀਨੇ ਤੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਰੰਭ ਕਰਦੇ ਨੇ। 12ਵਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੀ ਉਚਾਰਨ ਕੀਤਾ ਹੋਇਆ ਹੈ। ਹੁਣ ਉਹ ਚੇਤਰ ਮਹੀਨੇ ਦਾ ਪਾਠ ਤੇ ਭੂਮਿਕਾ ਦੇ ਰੂਪ ਦੇ ਉੱਪਰ ਜੋ ਸ਼ਬਦ ਹੈ, ਆਪ ਸਰਵਨ ਕਰੋ। ਤੁਖਾਰੀ ਛੰਦ ਮੱਲਾ ਪਹਿਲਾ 12 ਮਹਾ ਇਕ ਓੰਕਾਰ ਸਤਿਗੁਰ ਪ੍ਰਸਾਦ। ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ, ਸਿਰ ਸਿਰ ਸੁਖ ਸਹਮਾ ਦੇ ਸੋ ਤੂੰ ਭਲਾ। ਹਰ ਰਚਨਾ ਤੇਰੀ ਕਿਆ ਗਤ ਮੇਰੀ, ਹਰ ਬਿਨ ਘੜੀ ਨ ਜੀਵਾ। ਪ੍ਰੇਬਾਜ ਦੁਹੇਲੀ ਕੋਇ ਨ ਬੇਲੀ, ਗੁਰਮੁਖ ਅੰਮ੍ਰਿਤ ਪੀਵਾ। ਰਚਨਾ ਰਾਚ ਰਹੇ ਨਿਰੰਕਾਰੀ, ਪ੍ਰਭ ਮਨ ਕਰਮ ਸੋ ਕਰਮਾ। ਨਾਨਕ ਪੰਥ ਨਿਹਾਲੇ ਸਾਧਨ, ਤੂੰ ਸੁਣ ਆਤਮ ਰਾਮਾ। ਚੇਤ ਬਸੰਤ ਭਲਾ ਭਵਰ ਸੁਹਾਵੜੇ, ਬਨ ਫੂਲੇ ਮੰਜ ਬਾਰ ਮੈਂ ਫਿਰ ਘਰ ਬਾਹੁੜੇ। ਫਿਰ ਘਰ ਨਹੀਂ ਆਵੇ ਧਨ ਕਿਉ ਸੁਖ ਪਾਵੇ, ਬਿਰੇ ਬਿਰੋਧ ਤਨ ਛੀਜੇ। ਕੋਕਲ ਅੰਬ ਸੁਹਾਵੀ ਬੋਲੇ, ਕਿਉ ਦੁਖ ਅੰਕ ਸਹੀਜੇ। ਭਵਰ ਭਵੰਤਾ ਫੂਲੀ ਡਾਲੀ, ਕਿਉ ਜੀਵਾ ਮਰ ਮਾਏ। ਨਾਨਕ ਚੇਤ ਸਹਿਜ ਸੁਖ ਪਾਵੇ, ਜੇ ਹਰ ਵਰ ਘਰ ਧਨ ਪਾਏ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਤੁਖਾਰੀ ਰਾਗ ਦੇ ਅੰਦਰ ਉਚਾਰਨ ਕੀਤਾ ਇਹ 12 ਮਾਹ। ਆਪ ਵੀ ਆਪਣੇ ਵਿਚਾਰ ਚੇਤਰ ਦੇ ਮਹੀਨੇ ਤੋਂ ਹੀ ਆਰੰਭ ਕਰਦੇ ਨੇ। ਸਿੱਖ ਜਗਤ ਦੇ ਚੂੰਕਿ ਮੂਲ ਪਾਠ ਮਾਝ ਰਾਗ ਦਾ 12ਵਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਚਲਿਤ ਹੈ। ਸੰਗਤ ਦੀ ਗਿਆਤ ਲਈ, ਸਰੋਤਿਆਂ ਦੀ ਗਿਆਤ ਲਈ ਦਾਸ ਨਾਲ ਤੁਖਾਰੀ ਰਾਗ ਦੇ 12 ਮਾਹ ਦਾ ਵੀ ਪਾਠ ਤੇ ਵਿਚਾਰ ਰੱਖ ਰਿਹਾ ਹੈ। ਇਸ ਦੇ ਵਿੱਚ ਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਖੇਡ ਕਰਮਾਂ ਦੀ ਹੀ ਦੱਸਦੇ ਨੇ, ਗ੍ਰਹਿ ਨਛੱਤਰਾਂ ਦੀ ਨਹੀਂ। ਕਿਧਰੇ ਇਹ ਭੁਲੇਖਾ ਪੈ ਜਾਏ ਕਿ ਵਾਕਈ ਗ੍ਰਹਿ ਨਛੱਤਰਾਂ ਦੀ ਗਰਦਿਸ਼ ਦਾ ਹੀ ਮਨੁੱਖੀ ਮਨ ਦੇ ਉੱਤੇ ਅਸਰ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਮੁਗਲਤੇ ਨੂੰ ਇੰਜ ਦੂਰ ਕਰਦੇ ਨੇ। ਤੂੰ ਸੁਣ ਕਿਰਤ ਕਰਮਾ
पूर्व कमाया। ऐ जीव सुन, जो तू पूर्व दे च कमाया है, पहले कमाया है, कीते जिहड़े तेरे कर्म ने, उन्हां करके ही तेरी झोली दे च सुख ते दुख पैंदा है। कर्म बीज है। जैसे किसान बीज नूं बोण लगिया सावधान है, बीज चंगे होवन, वधिया होवन, गुण खादे ना होवन, बहुत पुराने ना होवन। इसे तरीके दे नाल सियाणा सुजान सतसंगी विचार करदा है, सोचदा है, सावधान रहिंदा है, कोई ऐसा कर्म ना होवे जिस तो दुख पैदा होवे, क्योंकि दुख फल है, सुख फल है। अगर दुखां दा फल है तो ये फल ही दसदे पए ने बीज ठीक नहीं बोया सी। अगर सुख दा फल झोली दे च आण पिया तो गल स्पष्ट हो गई, बीज ठीक बोए गए ने। साहिब कहंदे ने सिर सिर दे उत्ते जो सुख प्राप्त होंदे ने, जीवां नूं जो सुख आनंद प्राप्त होंदा है, ये पूर्व कीती हुई कमाई दा, कीते हुए कर्मां दा। हर रचना तेरी क्यागत मेरी, हर बिन घड़ी न जीवा। हे परिपूर्ण परमात्मा, तेरी इस महान रचना दे मेरी की गति है, भाव मेरी की हालत है। हर बिन घड़ी न जीवा, बिरहा है मन विच। हे प्रभु, तेरे नाम तो बिना एक घड़ी भी जीवना बड़ा औखा है। प्रेबाज दुहेली कोई न बेली, गुरमुख अमृत पीवा। परिपूर्ण परमात्मा तो जो जीव उस्तरी टुटी हुई है, दरअसल उसका फिर कोई भी बेली नहीं। एक बेली बन जाए सारा जगत बेली है, एक सज्जन बन जाए सारे ही सज्जन ने। एक सज्जन सब सज्जना, एक वैरी सब बात। जद कोई उस एक नूं अपना सज्जन बना लेंदा है और गुरमुख बन के उसदे नाम दा ही जो है अमृत पान करदा है, तो जीवन दी झोली सुख आनंद नाल भर जाती है। रचना राच रहे निरंकारी, प्रभ मन कर्म सुकर्मा। नानक पंथ निहाले साधन, तो सुन आत्म रामा। हे आत्म राम, एक गल सरवण कर, खेड उस निरंकार दी रचना दे कर्मां दी है। किसे नूं दोषी ना ठहराई, न सूरज नूं न चंद्रमा नूं, न राहु नूं न केतु नूं, न शनि नूं न मंगल नूं। किसे ग्रह नक्षत्र दे उत्ते दोष ना थापी और किसे मनुख नूं भी दोषी ना ठहराई। जद भी अपने दुखां प्रति दोषी ठहराण दा तेरे मन विच ख्याल पैदा होवे, तो फिर अपने कर्मां नूं ही दोषी ठहराई। धन गुरु नानक देव जी महाराज हुण चेत्र दे महीने दी विचार इंज आरंभ करदे ने। चेत बसंत भला भवर सुहावड़े। चेत्र दा महीना दरअसल बसंत बहार दा महीना है। न बहुती गर्मी न बहुती ठंड, ऐसी ठंड है जो बर्दाश्त हो सकती है, ऐसी गर्मी है जो सहारी जा सकती है। इस रुत दे फुल पैदा होंदे ने। फुल बनस्पति दे चों सब तो कोमल है, अति कोमल है, अति कोमल है और अति सुंदर है। सुंदरता दी भी अत है, कोमलता दी भी अत है और महक दी भी अत है। तिन्ने ही गुण परिपूर्ण परमात्मा ने फुल्लां दी झोली विच पा दिते ने। सुंदर ने, कोमल ने, सुगंधित ने। ये अधिक सुभावक खिड़दे ने बसंत दी रुत दे ते बसंत दी रुत है चेत्र दा महीना। और चेत दे महीने तो ही इस देश दे साल आरंभ होंदा है। गिणती चेत्र तो ही आरंभ होंदी। साहिब श्री गुरु नानक देव जी महाराज दा हिरदा, जो एक महान संत कवि दा हिरदा है, आप इसनों इंज लेंदे ने। चेत बसंत भला भवर सुहावड़े। बड़ा सुंदर महीना है, सोभनीक महीना है। चारों पासे फुल खिड़े ने, वनस्पति खिड़ी है और भंवरे गुंजारा पा रहे ने। ऐ बंदे, फुल्लां नूं वेख के
ਭੌਰਾ ਵੀ ਬੋਲਣ ਲੱਗ ਪਿਆ, ਤੂੰ ਵੀ ਪ੍ਰਭੂ ਦੇ ਗੀਤ ਬੋਲ, ਤੂੰ ਵੀ ਗੁੰਜਾਰਾ ਪਾ, ਤੂੰ ਵੀ ਅਲਾਪ ਕਰ। ਤੈਨੂੰ ਨਹੀਂ ਅਲਾਪਣ ਦਾ ਢੰਗ ਆਇਆ, ਭੌਰੇ ਤੋਂ ਹੀ ਸਿੱਖ ਲੈ। ਅਲਾਪਦਾ ਪਿਆ, ਫੁੱਲਾਂ ਨੂੰ ਵੇਖ ਕੇ ਅਲਾਪ ਰਿਹਾ, ਰਾਗ ਪ੍ਰਸੰਨ ਹੋ ਰਿਹਾ, ਖੇੜੇ ਚ ਹੈ, ਚੇਤ ਬਸੰਤ ਭਲਾ। ਭਵਰ ਸੁਹਾਵੜੇ ਬਨ ਫੂਲੇ ਮੰਝ ਬਾਰ, ਮੈਂ ਫਿਰ ਘਰ ਬਾਵੜੇ। ਦੇਖਤੇ ਸਹੀ घर बार बनस्पति चारों पासे खेड़ा ही खेड़ा है। बन फुले ने खेड़ा है, खुशियां ने कोयला पईयां बोलदियां ने, भंवरे पे बोलदे ने। इस मौसम नूं वेख के, इस रुत नूं वेख के पंछी भी चहचहा रहे ने। भौरियां नूं भी सुरत आ गई है। ते ऐ बंदे तैनूं सुरत नहीं आई, तैनूं वो चेते नहीं आ रहा। भाई साहब भाई नंद लाल भी बकायदा इसका जिक्र करते ने, बाहोश बाश के हंगाओं में नौ बहार आमद, बहार आमदो यार आमदो करार आमद। ऐ बंदे होश दे चा, देखते सही मौसम बहार आई है, चेत दा महीना आया है, बसंत बहार आई है। चारों पासे फुल खिड़े ने, तू मुरझाया होया है, तू खेड़े चा। देखते सही हजारां तरह दे नगमे लैके कोयलां आ गईयां ने, बुलबुलां आ गईयां ने, भंवरे आ गए ने। खबर दे हंद बगुलहा कि शगुफ्तंद हमा, अजीन नवेद आंके बुलबुले हजार आमद। देखते सही हजारां तरह दे नगमे लैके बुलबुलां आ गईयां ने, हजारां तरह दे गुंजार पांदे हुए भौरे आ गए ने। तेरा मन रूपी भौरा अजे भी चुप है। तेरे मन रूपी कोयल ने, बुलबुल ने अजे भी चहचहाना शुरू नहीं किया। देखते सही मौसम तो, रुत तो पंछी भी प्रभावित हो गए ने, कीड़े मकोड़े प्रभावित हो गए ने। देखते सही वनस्पति प्रभावित हो गई है, खिड़ पई है। तेरा मुरझाना ठीक नहीं, तू खेड़े दे चा। तो साहब कहते ने, हाँ ऐसा हो सकता है। अगर बनस्पति खिड़ी होवे, फुल खिड़े होवन, भौरे भी गुंजारा पा रहे होवन, कोयला ते बुलबुलां भी चहचहा रही होवन, पर हिरदे रूपी घर दे परमात्मा दी याद ना होवे, इस घर दे परमात्मा दी आमद ना होवे, तां बिरहे विछोड़े दी अगन दे तन छिजदा है, मन पीड़ित होंदा है, फिर घर नहीं आवे। धन क्यों सुख पावे, बिरहे विरोध तन छीजे। कोकल अंब सुहावी बोले, क्यों दुख अंक सहीजे। भावे अंबां दी डार ते कोयल बहुत मधुर पई बोलदी है, बहुत मिठे पई गीत अलापदी है। पर अंब नूं वेख के, पर यह जीव रूपी इस्त्री किसनू वेख के अलापे। प्रभु दी आमद कोई नहीं, प्रभु दा चिंतन नहीं, प्रभु दी सूझ नहीं, तो इस तरीके नाल दुख दा सहारना हो रहा है। भवर भवंता फूली डाली, क्यों जीवा मर माए। भौरा ते फुल्लां दी डाली ते भरमण कर रहा है, आनंद ले रहा है, सुख ले रहा है। पर हे मां, मेरा मन रूपी भौरा किस तरह आनंद माणे जद प्रभु दा मिलाप ही नहीं। बसंती रुत भी चंगी लगदी है जद कंत होवे, फुल्लां दा खेड़ा भी चंगा लगदा है जद हिरदे नूं खेड़ा देण वाला कोई होवे। तो साहब कहंदे ने, परमात्मा दे नाल ही वास्तविक हिरदे दे तल ते बसंत बहार बनदी है। चेत्र दे महीने दा उदय आउंदा है। नानक चेत सहज सुख पावे, जे हर वर घर धन पाए। जे चेतर दे महीने विच तू परिपूर्ण परमात्मा नूं चेते करें, तो तेरे हिरदे विच वाकई चेतर दा महीना उत्पन्न हो जाएगा, बसंत बहार पैदा हो जाएगी। और इस तरीके दे नाल जीवन दी नवी शुरुआत होवेगी। जिवें साल आरंभ होंदा है, चेतर दे नाल तेरी जिंदगी दी भी
ਨਵੀਂ ਆਰੰਭਤਾ ਸ਼ੁਰੂ ਹੋ ਜਾਏਗੀ, ਨਵੇਂ ਜੀਵਨ ਦੇ ਢੰਗ ਉਤਪੰਨ ਹੋਣਗੇ, ਨਵਾਂ ਖੇੜਾ, ਨਵਾਂ ਖੁਸ਼ੀਆਂ ਔਰ ਨਵੇਂ ਹਾਵ ਭਾਵ, ਨਵੇਂ ਤਰੰਗਾਂ ਨਾਲ ਤੇਰੀ ਜੀਵਨ ਦੀ ਝੋਲੀ ਭਰ ਜਾਏਗੀ। ਚੇਤਰ ਦੇ ਮਹੀਨੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਾਝ ਰਾਗ ਦੇ ਵਿੱਚ ਔਰ ਤੁਖਾਰੀ ਰਾਗ ਦੇ ਵਿੱਚ ਜੋ ਮੂਲ ਉਪਦੇਸ਼ ਤੇ ਸੰਦੇਸ਼ ਦਿੰਦੇ ਨੇ ਉਹ ਇਹ ਹੀ ਕਿ ਚੇਤਰ ਦੇ ਵਿੱਚ ਤੂੰ ਚੇਤੇ ਕਰ, ਚੇਤ ਦੇ ਵਿੱਚ ਤੂੰ ਬਾਰ-ਬਾਰ ਚੇਤੇ ਕਰ, ਤਾਂ ਕਿ ਤੇਰੇ ਮਨ ਦੇ ਵਿੱਚ ਵੀ ਚੇਤ ਪੈਦਾ ਹੋ ਜਾਏ। ਬਸੰਤ ਬਹਾਰ